ਤੁਸੀਂ ਬਚਪਨ ਦੇ ਵਿੱਚ ਸਿੱਖਿਆ ਟਰੈਕਟਰ, ਤੁਹਾਡੇ ਫਾਦਰ ਸਾਹਿਬ ਨੇ ਕਿਹਾ ਸੀ ਵੀ ਚਲਾ ਤੈਨੂੰ ਜਾ ਸਿਖਾਵਾਂਗੇ, ਜਾਂ ਤੁਹਾਡਾ ਸ਼ੌਂਕ ਸੀਗਾ ਸ਼ੁਰੂ ਤੋਂ? ਨਹੀਂ, ਮੇਰਾ ਸ਼ੌਂਕ ਸੀਗਾ। ਮੈਂ ਦੇਖਦੀ ਸੀ ਫਿਰ ਮੈਂ ਵੀ ਕਹਿੰਦੀ ਸੀ ਕਿ ਮੈਂ ਚਲਾਉਣਾ ਆ, ਮੈਨੂੰ ਵੀ ਤੁਸੀਂ ਸਿਖਾ ਦਿਓ। ਇਹ ਕਹਿੰਦੇ ਕਿ ਤੂੰ ਸਿੱਖ ਕੇ ਕੀ ਕਰਨਾ, ਪਰ ਮੈਂ ਕਿਹਾ ਨਹੀਂ ਮੈਂ ਸਿੱਖਣਾ। ਫਿਰ ਮੈਂ ਤੇ ਚਲਾਉਣ ਲੱਗ ਪਈ ਸੀ ਦੇਖ ਕੇ ਨਾਲ। ਮੈਂ ਵੀ ਇੱਕ ਹਿਸਾਬ ਦਾ ਅੰਦੋਲਨ ਵਿੱਚ ਹਿੱਸਾ ਲੈ ਰਹੀ ਹਾਂ। ਮੈਂ ਇੱਥੇ ਕਰ ਰਹੀ ਹਾਂ ਤਾਂ ਫਿਰ ਉਹ ਉੱਥੇ ਜਾ ਰਹੇ ਆ ਆਸਾਨੀ ਨਾਲ, ਨਹੀਂ ਤਾਂ ਉਹਨਾਂ ਨੂੰ ਪਿੱਛੇ ਦਾ ਵੀ ਦੇਖਣਾ ਪੈਂਦਾ ਆ। ਮੋਦੀ ਸਰਕਾਰ ਨੂੰ ਇਹੀ ਕਹਿਣਾ ਵੀ ਕਾਨੂੰਨ ਵਾਪਸ ਲੈ ਲਓ, ਕੋਈ ਫਾਇਦਾ ਨਹੀਂ ਦੌੜੇ ਰਹਿਣ ਦਾ, ਕਿਉਂਕਿ ਜੱਟ ਵੀ ਅੜੇ ਹੀ ਆ ਫਿਰ। ਕਦੇ ਕਮੀ ਤਾਂ ਨਹੀਂ ਮਹਿਸੂਸ ਹੋਈ ਕਿ ਪੁੱਤ ਬਾਹਰ ਆ, ਬੇਟੀ ਇੱਥੇ ਆ, ਇਹ ਵੀ ਪੁੱਤਾਂ ਵਾਂਗ ਹੀ ਕੰਮ ਕਰਦੀ ਪਈ ਪੂਰਾ? ਪੁੱਤਾਂ ਵਾਂਗੇ ਰੱਖਿਆ ਵੀ ਪੁੱਤਾਂ ਵਾਂਗੇ ਜਾਂ ਕੰਮ ਵੀ ਪੁੱਤਾਂ ਵਾਂਗੇ ਕਰਦੀ ਆ ਜੀ, ਕੋਈ ਕਮੀ ਨਹੀਂ ਮਹਿਸੂਸ ਹੋਣ ਦਿੱਤੀ। ਬੂਟਾ ਬੂਟਾ ਇਸ ਜੰਗਲ ਦੇ ਵਿੱਚ ਰਲ ਵੀ ਸਕਦਾ ਏ, ਇਹ ਜੰਗਲ ਜੋ ਧੁਖਦਾ ਹੈ ਬਲ ਵੀ ਸਕਦਾ ਏ, ਬਲਦਾ ਬਲਦਾ ਇਹ ਜੰਗਲ ਮਹਿਲਾਂ ਵੱਲ ਨੂੰ ਚੱਲ ਵੀ ਸਕਦਾ ਏ। ਹਾਂ, ਇਹ ਸਭ ਕੁਝ ਸ਼ਾਇਦ ਹੁਣੋਂ ਟਲ ਵੀ ਸਕਦਾ ਏ। ਸੁਰਜੀਤ ਪਾਤਰ ਹੋਣਾ ਦੀਆਂ ਲਿਖੀਆਂ ਇਹ ਸਤਰਾਂ ਕਿਸਾਨ ਅੰਦੋਲਨ ਤੇ ਬਿਲਕੁਲ ਠੀਕ ਟੁਕਦੀਆਂ ਨੇ, ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਅੱਗੇ ਵਧਦਾ ਜਾ ਰਿਹਾ ਹੈ, ਹਰ ਵਰਗ ਹਰ ਉਮਰ ਦੇ ਜਿਹੜੇ ਲੋਕ ਨੇ ਉਹ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਰਹੇ ਨੇ। ਜਿੱਥੇ ਘਰਾਂ ਤੋਂ ਮਰਦ ਦਿੱਲੀ ਬਾਰਡਰ ਦੇ ਉੱਪਰ ਡਟੇ ਹੋਏ ਨੇ, ਉੱਥੇ ਹੀ ਪਿੱਛੋਂ ਬੱਚੀਆਂ ਅਤੇ ਬੀਬੀਆਂ ਨੇ ਕੰਮ ਸੰਭਾਲਣੇ ਸ਼ੁਰੂ ਕਰ ਦਿੱਤੇ ਨੇ। ਇਹ ਜਿੰਦੀ ਜਾਗਦੀ ਤਸਵੀਰ ਇੱਕ ਖੇਤਾਂ ਦੇ ਵਿੱਚ ਛੋਟੀ ਜੀ ਬੱਚੀ ਹੈ ਜਿਹੜੀ 12ਵੀਂ ਕਲਾਸ ਦੇ ਵਿੱਚ ਪੜ੍ਹਦੀ ਹੈ, ਪਿੱਛੋਂ ਖੇਤਾਂ ਦੇ ਵਿੱਚ ਕੰਮ ਕਰ ਰਹੀ ਹੈ। ਇਹਨਾਂ ਦੇ ਪਿਤਾ ਜਦੋਂ ਦਿੱਲੀ ਜਾਂਦੇ ਨੇ ਤਾਂ ਪਿੱਛੋਂ ਇਹ ਬੇਟੀ ਸਾਰਾ ਕੰਮਕਾਰ ਸੰਭਾਲਦੀ ਹੈ। ਖੇਤਾਂ ਦੇ ਵਿੱਚ ਕਣਕਾਂ ਦਾ ਸੀਜ਼ਨ ਚੱਲ ਰਿਹਾ ਹੈ, ਪੱਠੇ ਬੀਜੇ ਜਾ ਰਹੇ ਨੇ, ਪਿੱਛੋਂ ਇਹ ਬੇਟੀ ਸਾਰਾ ਕੰਮਕਾਰ ਸੰਭਾਲਦੀ ਹੈ। ਬੇਟਾ, ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ, ਕੀ ਹੈ? ਮੇਰਾ ਨਾਮ ਮਨਪ੍ਰੀਤ ਕੌਰ ਹੈ। ਟਰੈਕਟਰ ਚਲਾਉਣਾ ਤੁਸੀਂ ਕਿੱਥੋਂ ਸਿੱਖਿਆ? ਆਪਣੇ ਪਾਪਾ ਕੋਲੋਂ। ਕਦੋਂ ਦੇ ਚਲਾਉਂਦੇ ਹੋ ਤੁਸੀਂ ਟਰੈਕਟਰ? ਮੈਨੂੰ 3-4 ਸਾਲ ਹੋ ਗਏ। 3-4 ਸਾਲ ਹੋ ਗਏ ਨੇ ਟਰੈਕਟਰ। ਹਾਂਜੀ। ਤੇ ਪੜ੍ਹਾਈ ਵੀ ਨਾਲ ਨਾਲ ਕਰਦੇ ਹੋ ਫਿਰ? ਹਾਂਜੀ। ਹੁਣ ਤੁਸੀਂ ਫਿਰ ਟਰੈਕਟਰ ਕਿਉਂ ਚਲਾਉਂਦੇ ਹੋ? ਜਦੋਂ ਤੁਹਾਡੇ ਪਿਤਾ ਦਿੱਲੀ ਦੇ ਵਿੱਚ ਚਲੇ ਜਾਂਦੇ ਨੇ ਤਾਂ ਪਿੱਛੋਂ ਸਾਰਾ ਕੰਮ ਤੁਸੀਂ ਦੇਖਦੇ ਹੋ? ਹਾਂਜੀ, ਮੈਂ ਦੇਖਦੀ ਹਾਂ। ਅੱਜ ਕੀ ਬੀਜ ਰਹੇ ਹੋ ਇੱਥੇ? ਇੱਥੇ ਕਣਕ ਦਾ ਛੱਟਾ ਮਾਰਿਆ ਸੀਗਾ ਤੇ ਫਿਰ ਹੁਣ ਇਹਨੂੰ ਬਾਹਰ ਰਹੀ ਆ, ਥੋੜਾ ਖੇਤ ਗਿੱਲਾ ਹੋਣ ਕਰਕੇ ਫਿਰ ਸੁਹਾਗਾ ਬਾਅਦ ਚ ਦਵਾਂਗੇ। ਅੱਛਾ, ਜਦੋਂ ਤੁਹਾਡੇ ਫਾਦਰ ਦਿੱਲੀ ਚਲੇ ਜਾਂਦੇ ਨੇ ਪਿੱਛੋਂ ਫਿਰ ਤੁਸੀਂ ਕਿਸੇ ਦੀ ਮਦਦ ਲੈਂਦੇ ਹੋ ਕਿ ਜਾਂ ਇਕੱਲੇ ਹੀ ਫਿਰ ਡਟ ਜਾਂਦੇ ਹੋ ਖੇਤਾਂ ਦੇ ਵਿੱਚ? ਨਹੀਂ, ਇਕੱਲੇ ਹੀ, ਮਦਦ ਨਹੀਂ ਲੈਂਦੇ ਕਿਸੇ ਦੀ। ਹਾਂਜੀ। ਤੁਹਾਨੂੰ ਤਸਵੀਰ ਕੀ ਨਜ਼ਰ ਆਉਂਦੀ ਹੈ ਕਿਸਾਨ ਅੰਦੋਲਨ ਦੀ? ਕਿਉਂਕਿ ਕਿਸਾਨੀ ਦੇ ਵਿੱਚ ਤੁਸੀਂ ਵੀ ਪੂਰੀ ਤਰ੍ਹਾਂ ਖੁੱਬੇ ਹੋਏ ਹੋ, ਟਰੈਕਟਰ ਚਲਾ ਲੈਂਦੇ ਹੋ, ਅੱਜ ਕਣਕ ਬੀਜ ਰਹੇ ਹੋ, ਤੁਹਾਨੂੰ ਕੀ ਤਸਵੀਰ ਨਜ਼ਰ ਆ ਰਹੀ ਕਿਸਾਨ ਅੰਦੋਲਨ ਦੀ? ਨਹੀਂ, ਤਾਂ ਉਹਨਾਂ ਨੂੰ ਕਾਨੂੰਨ ਜਿਹੜੇ ਉਹ ਰੱਦ ਕਰ ਦੇਣੇ ਚਾਹੀਦੇ ਆ, ਕਿਉਂਕਿ ਜੇ ਉਹ ਕਾਨੂੰਨ ਨਹੀਂ ਰੱਦ ਕਰਦੇ ਫਿਰ ਕੋਈ ਰੇਟ ਨਹੀਂ ਹੋਊਗਾ ਫਸਲ ਦਾ, ਫਿਰ ਕਿਸਾਨ ਰੁਲ ਜਾਊਗਾ। ਉਹ ਹੋਰਾਂ ਦੀ ਰੋਟੀ ਲਈ ਉਹ ਕਰਦਾ ਮਿਹਨਤ, ਪਰ ਉਹਦੀ ਆਪ ਦੀ ਰੋਟੀ ਬੰਦ ਹੋ ਜਾਊਗੀ ਫਿਰ। ਇਸ ਕਰਕੇ ਕਾਨੂੰਨ ਜਿਹੜੇ ਰੱਦ ਕਰ ਦੇਣੇ ਚਾਹੀਦੇ ਆ। ਸਹੀ ਅੰਦੋਲਨ ਇੱਦਾਂ। ਸਰਕਾਰ ਤਾਂ ਵਾਰ-ਵਾਰ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ, ਪਰ ਇੱਥੇ ਤੇ ਬੱਚੇ ਨੂੰ ਵੀ ਸਮਝ ਹੈ। ਤੁਸੀਂ ਵੀ ਜਿਸ ਤਰੀਕੇ ਦੇ ਨਾਲ ਦੱਸੇ ਕਿ ਇਹ ਕਾਨੂੰਨ ਜਿਹੜੇ ਨੇ ਉਹ ਖਤਰਨਾਕ ਨੇ, ਸਰਕਾਰ ਕਿਉਂ ਨਹੀਂ ਝੁਕਦੀ ਨਜ਼ਰ ਆ ਰਹੀ ਤੁਹਾਨੂੰ ਲੱਗਦਾ? ਸਰਕਾਰ ਆਪਣਾ ਫਾਇਦਾ ਭਾਲਦੀ ਹੈ, ਇੱਦਾਂ ਤਾਂ ਉਹਨਾਂ ਨੂੰ ਆਪ ਨੂੰ ਮੁਨਾਫਾ ਹੋਣਾ ਆ। ਹੁਣ ਜੇ ਉਹ ਨਹੀਂ ਕਰਦੇ ਰੱਦ ਇਹਨਾਂ ਨੂੰ ਤਾਂ ਸਾਰੇ ਕਿਸਾਨ ਰੁਲ ਜਾਣਗੇ। ਗਲਤ ਹੈ ਇੱਦਾਂ ਕਿਸਾਨਾਂ ਦੇ ਨਾਲ ਕੀਤਾ ਜਾ ਰਿਹਾ ਜਿਹੜਾ। ਅੱਛਾ, ਰੂਟੀਨ ਦੇ ਵਿੱਚ ਤੁਹਾਡਾ ਕਿੱਦਾਂ ਰਹਿੰਦਾ ਸਿਸਟਮ? ਸਵੇਰੇ ਕਿੰਨੇ ਵਜੇ ਉੱਠਦੇ ਹੋ? ਫਿਰ ਕਿਸ ਤਰੀਕੇ ਦੇ ਨਾਲ ਤੁਸੀਂ ਖੇਤਾਂ ਦੇ ਵਿੱਚ ਆਉਂਦੇ ਹੋ? ਮੈਂ 5:15 ਉੱਠ ਪੈਂਦੀ ਹੁੰਦੀ ਹਾਂ ਸਵੇਰ ਨੂੰ। ਫਿਰ ਅਸੀਂ ਜਾਈਦਾ, ਖੁੱਤੇ ਵੀ ਜਾਈਦਾ, ਪਸ਼ੂ ਰੱਖੇ ਹੋਏ ਨੇ ਅਸੀਂ, ਤੇ ਫਿਰ ਬਾਅਦ 'ਚ ਜਿੱਦਾਂ ਵੀ ਕੰਮ ਹੁੰਦਾ ਉਸ ਹਿਸਾਬ ਨਾਲ ਦੇਖ ਲਈਦਾ ਅਸੀਂ। ਅੱਛਾ, ਸਾਰਾ ਟਰੈਕਟਰ ਫਿਰ ਪਿਤਾ ਦੇ ਮਗਰੋਂ ਤੁਸੀਂ ਪਾਉਂਦੇ ਹੋ ਸਾਰੀ ਪੈਲੀ? ਹਾਂਜੀ। ਹੋਰ ਘਰ ਦੇ ਵਿੱਚ ਕੌਣ ਕੌਣ ਨੇ? ਮੇਰੇ ਘਰ ਦੇ ਵਿੱਚ ਮੇਰੀ ਮੰਮੀ ਹੈ, ਮੇਰੀ ਦਾਦੀ ਹੈ, ਪਿਤਾ ਮੇਰੇ ਡੈਡ ਨੇ, ਮੇਰੇ ਭਰਾ ਹੈ। ਹਾਂਜੀ। ਭਰਾ ਕਿੱਥੇ ਤੁਹਾਡਾ? ਮੇਰਾ ਜਿਹੜਾ ਭਰਾ ਹੈ ਉਹ ਵੈਸੇ ਤਾਂ ਕੈਨੇਡਾ ਦੇ ਵਿੱਚ ਹੈ, ਅੱਛਾ। ਤੇ ਇੱਕ ਮੇਰਾ ਭਰਾ ਇੱਕ ਰਹਿੰਦਾ ਇੱਥੇ, ਭੂਆ ਦਾ ਮੁੰਡਾ। ਅੱਛਾ। ਹਾਂਜੀ। ਤੁਸੀਂ ਦੋਨੋਂ ਜਣੇ ਮਿਲ ਕੇ ਕੰਮ ਕਰਦੇ ਹੋ ਇੱਥੇ? ਹਾਂਜੀ। ਅੱਛਾ, ਫਿਰ ਮੰਮੀ ਵੀ ਨਾਲ ਆ ਜਾਂਦੇ ਨੇ ਘਰੋਂ? ਜਦੋਂ ਡੈਡੀ ਗਏ ਹੁੰਦੇ ਨੇ ਦਿੱਲੀ ਉਦੋਂ ਪਿੱਛੇ ਆਉਂਦੇ ਨੇ ਤੁਹਾਡੇ ਨਾਲ ਖੇਤਾਂ ਦੇ ਵਿੱਚ? ਹਾਂਜੀ, ਮਦਦ ਕਰ ਦਿੰਦੇ ਨੇ ਮੇਰੀ। ਹਾਂਜੀ। ਖੇਤਾਂ ਦੇ ਵਿੱਚ ਇਕੱਲਾ ਟਰੈਕਟਰ ਹੀ ਚਲਾਉਂਦੇ ਹੋ ਕਿ ਫਿਰ ਬਾਕੀ ਕੰਮ ਵੀ ਕਰ ਲੈਂਦੇ ਹੋ ਨਾਲ? ਨਹੀਂ, ਬਾਕੀ ਕੰਮ ਵੀ ਕਰ ਲੈਂਦੇ ਆ। ਅੱਛਾ। ਹਾਂਜੀ। ਕੀ ਕਰ ਲੈਂਦੇ ਹੋ? ਜਿਹੜਾ ਵੀ ਕੰਮ ਹੋਵੇ ਕਰ ਲਈਦਾ। ਅੱਛਾ। ਹਾਂਜੀ। ਪਿੰਡ ਦੇ ਵਿੱਚ ਜਦੋਂ ਹੋਰ ਵੀ ਬੱਚੇ ਨੇ ਤੁਹਾਡੇ ਹਾਨ ਦੇ, ਉਹ ਤੁਹਾਡੇ ਤੋਂ ਇਨਸਪਾਇਰ ਹੁੰਦੇ ਨੇ ਫਿਰ ਜਦੋਂ ਤੁਸੀਂ ਟਰੈਕਟਰ ਲੈ ਕੇ ਘਰੋਂ ਨਿਕਲਦੇ ਹੋ ਬਾਹਰ? ਹਾਂਜੀ, ਹੁੰਦੇ, ਦੇਖ ਕੇ ਇੰਸਪਾਇਰ ਹੁੰਦੇ ਨੇ? ਕਹਿੰਦੇ ਹੁੰਦੇ ਅਸੀਂ ਵੀ ਸਿੱਖਣਾ ਆ, ਸਾਨੂੰ ਵੀ ਝੂਟਾ ਦੇ ਦਿਓ ਦੀਦੀ ਇੱਦਾਂ।
ਅੱਛਾ, ਇਹ ਜਦੋਂ ਤੁਸੀਂ ਬਚਪਨ ਦੇ ਵਿੱਚ ਸਿੱਖਿਆ ਟਰੈਕਟਰ, ਤੁਹਾਡੇ ਫਾਦਰ ਸਾਹਿਬ ਨੇ ਕਿਹਾ ਸੀ ਵੀ ਚਲਾ ਤੈਨੂੰ ਜਾ ਸਿਖਾਵਾਂਗੇ, ਜਾਂ ਤੁਹਾਡਾ ਸ਼ੌਂਕ ਸੀਗਾ ਸ਼ੁਰੂ ਤੋਂ? ਨਹੀਂ, ਮੇਰਾ ਸ਼ੌਂਕ ਸੀਗਾ, ਮੈਂ ਦੇਖਦੀ ਸੀ ਤੇ ਫਿਰ ਮੈਂ ਵੀ ਕਹਿੰਦੀ ਸੀ ਕਿ ਮੈਂ ਚਲਾਉਣਾ ਆ, ਮੈਨੂੰ ਵੀ ਤੁਸੀਂ ਸਿਖਾ ਦਿਓ। ਇਹ ਕਹਿੰਦੇ ਕਿ ਤੂੰ ਸਿੱਖ ਕੇ ਕੀ ਕਰਨਾ, ਪਰ ਮੈਂ ਕਿਹਾ ਨਹੀਂ ਮੈਂ ਸਿੱਖਣਾ। ਫਿਰ ਮੈਂ ਤੇ ਚਲਾਉਣ ਲੱਗ ਪਈ ਸੀ ਦੇਖ ਕੇ ਨਾਲ। ਅੱਛਾ, ਫਿਰ ਇਹ ਖੇਤਾਂ ਦੇ ਵਿੱਚ ਟਾਈਮ ਕਿਵੇਂ ਦਿੰਦੇ ਹੋ, ਕਿਉਂਕਿ ਕਹਿੰਦੇ ਅੱਜ ਕੱਲ ਤਾਂ ਪੜ੍ਹਾਈਆਂ ਬੜੀਆਂ ਔਖੀਆਂ ਨੇ। ਤੁਸੀਂ 12ਵੀਂ ਕਲਾਸ 'ਚ ਪੜ੍ਹਦੇ ਹੋ? ਹਾਂਜੀ, ਮੈਂ 12ਵੀਂ ਕਲਾਸ 'ਚ। ਫਿਰ ਪੜ੍ਹਾਈ ਦੀ ਰੁਟੀਨ ਕੀ ਰਹਿੰਦੀ ਆ ਜਦੋਂ ਤੁਸੀਂ ਸਵੇਰੇ ਸਕੂਲ ਚਲੇ ਜਾਂਦੇ ਹੋ, ਉੱਥੋਂ ਆ ਕੇ ਅੱਜ ਕੱਲ ਟਿਊਸ਼ਨਾਂ ਵੀ ਬੱਚੇ ਰੱਖਦੇ ਨੇ, ਉਹ ਫਿਰ ਕਿਵੇਂ ਮੈਨੇਜ ਕਰਦੇ ਹੋ ਇਹ ਸਾਰਾ? ਸਕੂਲ ਤੋਂ ਆਣ ਕੇ ਕਰ ਲਈ ਤਾਂ ਵੈਸੇ ਮੈਂ ਟਿਊਸ਼ਨ ਨਹੀਂ ਰੱਖੀ ਹੋਈ, ਮੈਂ ਘਰ ਹੀ ਪੜ੍ਹਦੀ ਆ। ਹਾਂਜੀ, ਤੇ ਫਿਰ ਕਰ ਲਈ ਤਾਂ ਮੈਨੇਜ ਜਿੱਦਾਂ ਵੀ ਹੋਵੇ। ਅੱਛਾ, ਦਿੱਲੀ ਜਾਣ ਨੂੰ ਜੀ ਕਰਦਾ ਤੁਹਾਡਾ ਵੀ? ਹਾਂਜੀ, ਬਹੁਤ ਕਰਦਾ। ਅੱਛਾ, ਤੁਹਾਡੇ ਫਾਦਰ ਦੱਸ ਰਹੇ ਸੀ ਰਾਤੀ ਉਹ ਦਿੱਲੀ ਤੋਂ ਕਹਿੰਦੇ ਮੁੜੇ ਆ ਸੀ, ਉਹ ਤੋਂ ਉਹਨਾਂ ਦੇ ਨਾਲ ਫਿਰ ਗੱਲਾਂ ਬਾਤਾਂ ਕਰਦੇ ਹੋ ਵੀ ਕੀ ਉੱਥੇ ਮਾਹੌਲ ਚਾਲ ਆ ਦਿੱਲੀ ਦੇ ਵਿੱਚ, ਕੀ ਸਮਝ ਆਉਂਦੀ ਹੈ ਫਿਰ? ਹਾਂਜੀ, ਕਰਦੇ ਆ ਗੱਲਾਂ। ਉੱਥੇ ਬਹੁਤ ਮਾਹੌਲ ਜਿੱਦਾਂ ਕਿ ਮਾੜਾ ਆ। ਹੁਣ ਇੰਨੀ ਠੰਡ ਆ, ਠੰਡ ਦੇ ਵਿੱਚ ਉਹਨਾਂ ਨੂੰ ਸੜਕ ਤੇ ਰਹਿਣਾ ਪਿਆ, ਬਹੁਤ ਜ਼ਿਆਦਾ ਮੁਸ਼ਕਿਲ ਆ। ਕਈਆਂ ਦੀ ਤਾਂ ਹੁਣ ਤੱਕ ਮੌਤ ਵੀ ਹੋ ਚੁੱਕੀ ਆ। ਸੋ ਦੁੱਖ ਹੁੰਦਾ ਸੁਣ ਕੇ ਵੀ, ਇਦਾਂ ਦਾ ਵੀ ਟਾਈਮ ਆਇਆ ਆ। ਅੱਛਾ, ਹੋਰ ਮਨਪ੍ਰੀਤ ਦੇ ਸ਼ੌਂਕ ਕਿਹੜੇ ਕਿਹੜੇ ਨੇ ਹੋਰ ਟਰੈਕਟਰ ਤੋਂ ਇਲਾਵਾ? ਟਰੈਕਟਰ ਹੋਰ ਕਾਫੀ ਨੇ ਸ਼ੌਂਕ। ਅੱਛਾ, ਬਚਪਨ ਦੇ ਵਿੱਚ ਬੱਚੇ ਨੇ ਜਿਹੜੇ ਮੁੰਡੇ ਹੁੰਦੇ ਨੇ ਉਹ ਤਾਂ ਖਿਡੌਣੇ ਲੈ ਕੇ ਹੁੰਦੇ ਨੇ, ਟਰੈਕਟਰ ਟਰੱਕ, ਤੁਸੀਂ ਵੀ ਇਹੋ ਜਿਹੇ ਖਿਡੌਣਿਆਂ ਨਾਲ ਖੇਡਦੇ ਰਹੇ ਹੋ ਫਿਰ? ਹਾਂਜੀ, ਇੱਦਾਂ ਦੇ ਖਿਡੌਣਿਆਂ ਨਾਲ ਖੇਡਦੀ ਰਹੀ ਹਾਂ। ਵੈਸੇ ਮੈਨੂੰ ਇਹਨਾਂ ਖਿਡੌਣਿਆਂ ਦਾ ਸ਼ੌਂਕ ਨਹੀਂ ਸੀਗਾ, ਪਰ ਫਿਰ ਜੇ ਲਿਆਉਣਾ ਵੀ ਤਾਂ ਇੱਦਾਂ ਦੇ ਹੀ ਲੈ ਕੇ ਆਉਂਦੇ ਹੁੰਦੇ ਸੀਗੇ। ਹਾਂਜੀ। ਅੱਛਾ, ਮੰਮੀ ਕਈ ਵਾਰੀ ਫਾਦਰ ਬੱਚਿਆਂ ਨਾਲ ਪਿਆਰ, ਜਿਹੜੀ ਕਹਿੰਦੇ ਨੇ ਕਿ ਲੜਕੀਆਂ ਦੇ ਨਾਲ ਜਿਹੜਾ ਫਾਦਰ ਦਾ ਰਿਸ਼ਤਾ ਜ਼ਿਆਦਾ ਗੂੜਾ ਹੁੰਦਾ ਹੈ, ਮੰਮੀ ਫਿਰ ਕਈ ਵਾਰੀ ਝਿੜਕਦੇ ਨਹੀਂ ਜਦੋਂ ਤੁਸੀਂ ਫਾਦਰ ਦੇ ਨਾਲ ਆ ਜਾਂਦੇ ਹੋ ਬਾਹਰ? ਨਹੀਂ ਨਹੀਂ, ਉਹ ਇਦਾਂ ਨਹੀਂ ਕਹਿੰਦੇ। ਜੇ ਮੈਂ ਆਪਣਾ ਕੰਮ ਪੜ੍ਹਾਈ ਕਰੀ ਜਾਵਾਂ ਨਾਲ ਨਾਲ, ਫਿਰ ਨਹੀਂ ਉਹ ਕੁਝ ਕਹਿੰਦੇ। ਹਾਂਜੀ। ਕਿੰਨੇ ਕਿੰਨੇ ਕਿੱਲਿਆਂ ਦੀ ਖੇਤੀ ਕਰਦੇ ਹੋ ਤੁਸੀਂ? ਸਾਡੇ ਜਿਹੜੇ ਹੈਗੇ ਆ 10-12 ਖੇਤ ਹੈਗੇ ਆ। ਜਦੋਂ ਫਾਦਰ ਇੱਥੇ ਹੁੰਦੇ ਨੇ, ਜਦੋਂ ਝੋਨੇ ਦਾ ਟਾਈਮ ਹੁੰਦਾ ਜਾਂ ਜਦੋਂ ਫਸਲ ਬੀਜਣੀ ਹੁੰਦੀ, ਜਿੱਦਾਂ ਹੁਣ ਕਣਕ ਦਾ ਚੱਲ ਰਿਹਾ, ਹਰ ਵਾਰ ਇਦਾਂ ਹੀ ਫਾਦਰ ਦੇ ਨਾਲ ਹੈਲਪ ਕਰਾਉਂਦੇ ਹੋ ਕਿ ਜਾਂ ਇਸ ਵਾਰ ਫਾਦਰ ਦਿੱਲੀ ਗਏ ਨੇ, ਇਸ ਵਾਰ ਹੀ ਆਏ ਹੋ ਤੁਸੀਂ? ਨਹੀਂ, ਹਰ ਵਾਰੀ ਜਦੋਂ ਵੀ ਮੈਨੂੰ ਮੌਕਾ ਮਿਲੇ ਮੈਂ ਹੈਲਪ ਕਰਵਾ ਦਿੰਦੀ ਹੁੰਦੀ ਆ ਫਿਰ। ਹਾਂਜੀ। ਅੱਛਾ, ਇਦਾਂ ਹੀ ਫਿਰ ਖੇਤਾਂ ਦੇ ਵਿੱਚ ਡਟੇ ਰਹਿੰਦੇ ਹੋ ਨਾਲ? ਹਾਂਜੀ। ਮੈਂ ਗੱਲ ਕਰਦਾ ਤੁਹਾਡੇ ਨਾਲ ਦੁਬਾਰਾ, ਤੁਹਾਡੇ ਫਾਦਰ ਹੋਣਾ ਦੇ ਨਾਲ ਵੀ ਗੱਲਬਾਤ ਕਰ ਦਿੰਦੇ ਆ। ਬੇਟੀ ਦੇ ਪਿਤਾ ਵੀ ਸਾਡੇ ਨਾਲ ਮੌਜੂਦ ਨੇ ਕਿਉਂਕਿ ਇਹ ਰਾਤ ਹੀ ਦਿੱਲੀ ਧਰਨੇ ਤੋਂ ਮੁੜੇ ਨੇ, ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ। ਬਾਈ ਜੀ, ਤੁਸੀਂ ਵੀ ਰਾਤੀ ਦਿੱਲੀ ਧਰਨੇ ਤੋਂ ਮੁੜੇ ਹੋ, ਪਿੱਛੇ ਤੁਹਾਡੀ ਬੇਟੀ ਇਹ ਸਾਰਾ ਕੰਮ ਸੰਭਾਲਦੀ ਆ, ਪੂਰੇ ਤਰੀਕੇ ਦੇ ਨਾਲ ਮੈਨੇਜ ਕਰ ਲੈਂਦੀ ਆ ਕਿਉਂਕਿ ਉਮਰ ਛੋਟੀ ਹੈ ਜੇ ਬੱਚੀ ਦੀ? ਨਹੀਂ, ਕਰ ਲੈਂਦੇ ਆ ਜੀ, ਸਾਰਾ ਕੰਮ ਕਾਰ ਮਗਰੋਂ ਇਹ ਹੀ ਸਾਂਭਦੀ ਆ। ਤੇ ਅਸੀਂ ਤਾਂ ਜਾਂਦੇ ਰਹੀਦਾ ਦਿੱਲੀ ਨੂੰ, ਤੇ ਰਾਤੀ ਆਏ ਹਜੇ ਵਾਪਸ। ਅੱਛਾ, ਤੇ ਇਹ ਕਿੱਦਾਂ ਫਿਰ ਸ਼ੌਂਕ ਬੱਚੀ ਨੂੰ ਸੀਗਾ ਕਿ ਜਾਂ ਤੁਸੀਂ ਪਾਲਿਆ ਇਹ ਸ਼ੌਂਕ? ਇਹ ਪਹਿਲਾਂ ਤੋਂ ਜਿੱਦਾਂ ਨਾਲ ਰਹਿੰਦੀ ਸੀਗੀ, ਤੇ ਜਦੋਂ ਜਾਈਦਾ ਸੀਗਾ ਕਿਸੇ ਪਾਸੇ ਵੀ ਨਾਲ ਹੀ ਫਿਰ ਬੈਠ ਜਾਂਦੀ ਸੀ, ਚਲਾਉਂਦੀ ਪਹਿਲਾਂ ਤੋਂ ਹੀ ਆਈ। ਅੱਛਾ, 4-5 ਸਾਲ ਹੋ ਗਏ ਇਹਨੂੰ ਚਲਾਉਂਦੀ ਨੂੰ। ਅੱਛਾ, ਕਦੇ ਮਨ ਦੇ ਵਿੱਚ ਡਰ ਨਹੀਂ ਆਇਆ ਕਿ ਬੇਟੀ ਇਕੱਲੀ ਆ ਪਿੱਛੇ, ਟਰੈਕਟਰ ਚਲਾ ਕੇ ਘਰੋਂ ਲੈ ਕੇ ਨਿਕਲ ਆਉਂਦੀ ਆ, ਖੇਤਾਂ ਦੇ ਵਿੱਚ ਕੰਮ ਕਰਦੀ ਆ, ਮਸ਼ੀਨਰੀ ਦਾ ਕੰਮ ਹੈ ਇਹ? ਨਹੀਂ, ਨਾਲ ਮੇਰੇ ਮਾਤਾ ਜੀ ਹੈਗੇ, ਵਾਈਫ ਹੈਗੀ ਆ, ਉਹ ਮਗਰ ਗੇੜਾ ਮਾਰ ਲੈਂਦੀਆਂ ਜੀ, ਨਾਲ ਚੱਲ ਜਾਂਦੀਆਂ ਜੀ। ਅੱਛਾ। ਹਾਂਜੀ, ਉਹ ਨਾਲ ਧਿਆਨ ਰੱਖਦੇ ਆ ਜੀ। ਅੱਛਾ, ਆਮ ਤੌਰ ਤੇ ਫਿਰ ਦਿਨਾਂ ਦੇ ਵਿੱਚ ਮਨਪ੍ਰੀਤ ਦਾ ਰੁਟੀਨ ਕੀ ਰਹਿੰਦਾ ਇਹਦਾ? ਨਹੀਂ, ਉੱਦਾਂ ਤੇ ਇਹਦੀ ਪੜ੍ਹਾਈ ਚੱਲਦੀ ਆ ਜੀ, +2 ਦੇ ਵਿੱਚ ਪੜ੍ਹਦੀ ਆ ਇਹ। ਅੱਛਾ। ਤੇ ਹੁਣ ਆਹ ਸਕੂਲ ਥੋੜੇ ਬੰਦ ਕਰਕੇ ਤੇ ਇਸ ਕਰਕੇ ਫਿਰ ਥੋੜਾ ਕੰਮ ਦੇਖ ਲੈਂਦੀ ਮਗਰੋਂ ਜ਼ਿਆਦਾ। ਉੱਦਾਂ ਵੀ ਸਕੂਲੋਂ ਆ ਕੇ ਨਾਲ ਸਾਰਾ ਕੰਮ ਕਰਾ ਦਿੰਦੀ ਆ ਜੀ। ਅਕਸਰ ਹੀ ਫਿਰ ਜਦੋਂ ਝੋਨੇ ਦਾ ਸੀਜ਼ਨ ਹੁੰਦਾ ਉਦੋਂ ਤੇ ਕੰਮ ਵੀ ਬਹੁਤ ਜ਼ਿਆਦਾ ਹੁੰਦਾ, ਉਦੋਂ ਵੀ ਫਿਰ ਬੇਟੀ ਇਦਾਂ ਹੀ ਡਟਦੀ ਆ ਨਾਲ? ਹਾਂਜੀ, ਨਾਲ ਹੀ ਜੀ, ਸਾਰਾ ਸਾਲ ਹੀ ਨਾਲ ਹੀ ਕਰਾਉਂਦੀ ਕੰਮ ਕਰ ਜੀ। ਅੱਛਾ, ਤੇ ਅੱਗੇ ਜਦੋਂ ਸਕੂਲ ਚੱਲਦੇ ਸੀ, ਹੁਣ ਤਾਂ ਚਲੋ ਸਕੂਲਾਂ ਤੋਂ ਵੀ ਥੋੜੀਆਂ ਛੁੱਟੀਆਂ, ਢਿੱਲਾ ਚੱਲਦਾ ਪਿਆ ਕੰਮ, ਅਦੇ ਫਿਰ ਸਕੂਲ ਤੋਂ ਆ ਕੇ ਟਿਊਸ਼ਨ ਵੀ ਜਾਂਦੇ ਨੇ ਬੱਚੇ, ਇਹ ਫਿਰ ਖੇਤਾਂ ਦੇ ਕਿੱਦਾਂ ਮੈਨੇਜ ਕਰਦੀ ਹੈ ਇਹ ਜਦੋਂ ਵੀ ਵਿਹਲਾ ਟਾਈਮ ਹੁੰਦਾ ਫਿਰ ਨਾਲ ਹੀ ਹੁੰਦੀ ਆ ਜੀ। ਜਦੋਂ ਸਕੂਲ ਜਾਂਦੀ ਆ ਉਦੋਂ ਸਕੂਲ ਵੀ ਜਾਂਦੀ ਆ, ਟਿਊਸ਼ਨ ਤੇ ਵੀ ਜਾਂਦੀ ਆ। ਜਦੋਂ ਵਿਹਲਾ ਟਾਈਮ ਹੁੰਦਾ ਫਿਰ ਨਾਲ ਇਹ ਖੂਤੇ ਆ ਕੇ ਖੇਤਾਂ 'ਚ ਕੰਮ ਕਰਾਉਂਦੀ ਆ ਜੀ। ਅੱਛਾ, ਜਦੋਂ ਤੁਸੀਂ ਦਿੱਲੀ ਜਾਂਦੇ ਹੋ ਤੁਹਾਡੇ ਤੋਂ ਆ ਕੇ ਗੱਲਾਂ ਵੀ ਸੁਣਦੀ ਹੋਊਗੀ ਕਿ ਉੱਥੇ ਪਾਪਾ ਕੀ ਹੋਇਆ ਜਾਂ ਕਿੱਦਾਂ ਸਾਰਾ ਕੁਝ ਹੋਇਆ? ਸਾਰਾ ਕੁਝ ਪੁੱਛਦੀ ਆ ਜੀ, ਸਾਰੀ ਗੱਲਬਾਤ ਖਬਰਾਂ 'ਚ ਵੀ ਦੇਖਦੀ ਆ, ਉੱਦਾਂ ਵੀ ਪੁੱਛਦੀ ਸਾਰੀ ਗੱਲਬਾਤ। ਅੱਛਾ, ਫਿਰ ਜਿੱਦ ਨਹੀਂ ਕਰਦੀ ਵੀ ਐਤਕੀ ਪਾਪਾ ਮੈਂ ਵੀ ਤੁਹਾਡੇ ਨਾਲ ਹੀ ਜਾਣਾ, ਹੁਣ ਖੇਤਾਂ 'ਚ ਕੰਮ ਮੁੱਕ ਗਿਆ? ਫਿਰ ਬੱਚਿਆਂ ਦਾ ਨਾਲ ਥੋੜਾ ਔਖਾ ਵੀ ਆ, ਇੱਕ ਫਿਰ ਸਾਰੇ ਦੇ ਗਏ ਮਗਰ ਪਿੱਛੇ ਨਹੀਂ ਕੰਮ ਚੱਲਦਾ ਜੀ, ਇਸ ਕਰਕੇ ਛੱਡ ਕੇ ਜਾਈਦਾ। ਉਹਦਾ ਕਹਿੰਦੀ ਨਾਲ ਜਾਣਾ ਤੇ ਆਪ ਹੀ ਛੱਡ ਕੇ ਜਾਈਦਾ ਜੀ। ਅੱਛਾ, ਸਰਕਾਰਾਂ ਕਹਿੰਦੀਆਂ ਸੀਗੀਆਂ, ਸੋਚਦੀਆਂ ਸੀਗੀਆਂ ਕਿ ਸ਼ਾਇਦ ਇਹ ਕਿਸਾਨਾਂ ਦਾ ਕੰਮ ਇੰਨਾ ਲੰਬਾ ਨਹੀਂ ਚੱਲੂਗਾ ਕਿਉਂਕਿ ਜ਼ਿਮੀਂਦਾਰਾਂ ਦੇ ਕੋਲ ਕੰਮ ਬਹੁਤ ਹੁੰਦੇ ਨੇ, ਇਹਨਾਂ ਨੇ ਕਣਕਾਂ ਬੀਜਣੀਆਂ ਨੇ, ਪੱਠੇ ਬੀਜਣੇ ਨੇ, ਇਹਨਾਂ ਦੀ ਫਸਲ ਆ ਜਿਹੜੀ ਉਹ ਖਰਾਬ ਹੋ ਜੂਗੀ, ਇਹ ਛੇਤੀ ਚਲੇ ਜਾਣਗੇ। ਲੱਗਦਾ ਸੀ ਸਰਕਾਰ ਨੂੰ ਕਿ ਪਿੱਛੇ ਬੱਚੀਆਂ ਵੀ ਇਦਾਂ ਖੜੀਆਂ ਹੋ ਜਾਣਗੀਆਂ? ਨਹੀਂ, ਉਹ ਸਰਕਾਰ ਨੂੰ ਜੇ ਇਹ ਪਤਾ ਹੁੰਦਾ ਫਿਰ ਪੰਗਾ ਹੀ ਨਾ ਕਰਦੀ ਇਹ ਜੀ। ਸਰਕਾਰ ਨੂੰ ਇਹ ਨਹੀਂ ਪਤਾ ਨਾ, ਉਹਨਾਂ ਨੇ ਤਾਂ ਕਿਹਾ ਵੀ ਆ ਜਾਣਾ ਕਿਸਾਨਾਂ ਨੇ, ਇੱਥੋਂ ਦਾ ਕੰਮਕਾਰ ਬੰਦ ਹੋ ਜਾਣਾ, ਉਹਨਾਂ ਨੇ ਭੱਜ ਜਾਣਾ, ਪਰ ਕਿਸਾਨ ਭੱਜਣ ਵਾਲੇ ਨਹੀਂ ਜੀ।
ਕਿਸਾਨ ਤਾਂ ਇਦਾਂ ਹੀ ਡਟੇ ਰਹਿਣਗੇ ਜਿੰਨਾ ਚਿਰ ਮਰਜ਼ੀ ਸਰਕਾਰ ਬਿਠਾਲ ਛੱਡੇ ਬੈਠੇ ਰਹਿਣਗੇ ਜੀ। ਜਿੰਨਾ ਚਿਰ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਨਹੀਂ ਮੁੜਦੇ ਜੀ। ਅੱਛਾ, ਤੁਹਾਡਾ ਇੱਕ ਬੇਟਾ ਕੈਨੇਡਾ ਦੇ ਵਿੱਚ ਆ, ਬੱਚੀ ਦੱਸ ਰਹੀ ਆ, ਕਦੇ ਕਮੀ ਤਾਂ ਨਹੀਂ ਮਹਿਸੂਸ ਹੋਈ ਕਿ ਪੁੱਤ ਬਾਹਰ ਆ, ਬੇਟੀ ਇੱਥੇ ਆ, ਇਹ ਵੀ ਪੁੱਤਾਂ ਵਾਂਗ ਹੀ ਕੰਮ ਕਰਦੀ ਪਈ ਪੂਰਾ? ਪੁੱਤਾਂ ਵਾਂਗੇ ਰੱਖਿਆ ਵੀ ਪੁੱਤਾਂ ਵਾਂਗੇ ਜਾਂ ਕੰਮ ਵੀ ਪੁੱਤਾਂ ਵਾਂਗੇ ਕਰਦੀ ਆ ਜੀ। ਕੋਈ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਜੀ। ਹਾਂਜੀ। ਤੇ ਇਹ ਫਿਰ ਮੰਮੀ ਵੀ ਨਾਲ ਇਹਦਾ ਪੂਰਾ ਸਾਥ ਦਿੰਦੇ ਨੇ ਕਿ ਜਾ ਬੇਟੀ ਤੂੰ ਹੁਣ ਚਲੀ ਜਾ ਖੇਤਾਂ ਦੇ ਵਿੱਚ? ਉਹਨਾਂ ਨੇ ਵੀ ਐਕਟਿਵਾ ਰੱਖੀ ਆ ਜੀ ਨਾਲ ਹੀ, ਮਗਰ ਉਹ ਆ ਜਾਂਦੇ ਆ, ਚੱਲ ਜਾਂਦੇ ਆ, ਦੇਖ ਜਾਂਦੇ ਆ। ਅੱਛਾ, ਹਾਂਜੀ, ਪੂਰਾ ਸਾਥ ਦਿੰਦੇ ਉਹ ਵੀ। ਹਾਂਜੀ। ਗੱਲਬਾਤ ਕਰਦੇ ਹਾਂ ਆਪਾਂ ਦੁਬਾਰਾ ਇੱਕ ਵਾਰ ਫਿਰ ਮਨਪ੍ਰੀਤ ਦੇ ਨਾਲ ਗੱਲਬਾਤ ਕਰਦੇ ਹਾਂ। ਮਨਪ੍ਰੀਤ, ਕੀ ਬੰਨਾ ਕੀ ਚਾਹੁੰਦੇ ਹੋ ਤੁਸੀਂ ਵੱਡੇ ਹੋ ਕੇ? ਵੈਸੇ ਅਜੇ ਹਾਲੇ ਕੁਝ ਸੋਚਿਆ ਤਾਂ ਨਹੀਂ, ਪਰ ਜੋ ਵੀ ਬਣਾਂਗੇ ਚੰਗੇ ਇਨਸਾਨ ਜ਼ਰੂਰ ਬਣਾਂਗੇ। ਖੇਤਾਂ ਦਾ ਪੁੱਤ ਹੀ ਬਣਨਾ? ਖੇਤਾਂ ਦੇ ਵਿੱਚ ਹੁਣ ਦੇਖੋ ਨਾ, ਜਿੱਦਾਂ ਦੇ ਕਾਨੂੰਨ ਲਈ ਆ ਰਹੀ ਹੈ, ਫਿਰ ਇੱਥੇ ਹੁਣ ਆਪਣਾ ਫਿਊਚਰ ਬਾਰੇ ਵੀ ਸੋਚਣਾ ਥੋੜ੍ਹਾ, ਤੇ ਇੱਦਾਂ ਕੁਛ ਹੁਣ ਰਹਿ ਤਾਂ ਨਹੀਂ ਰਿਹਾ ਜਿੱਦਾਂ ਸਰਕਾਰ ਕਰੀ ਜਾ ਰਹੀ ਆ। ਸੋ ਇਹਦੇ ਕਰਕੇ ਥੋੜ੍ਹਾ ਵੱਖਰਾ ਸੋਚਣਾ ਪਵੇਗਾ ਮੈਨੂੰ ਲੱਗਦਾ। ਲੱਗਦਾ ਕਿ ਜੇਕਰ ਇਸ ਤਰੀਕੇ ਦੇ ਸਰਕਾਰ ਕਾਨੂੰਨ ਲੈ ਕੇ ਆਉਂਦੀ ਰਹੀ ਤੇ ਖੇਤੀ ਤਾਂ ਲੋਕ ਪਹਿਲਾਂ ਹੀ ਕਹਿੰਦੇ ਨੇ ਕਿ ਇਹ ਲਾਹੇਵੰਦ ਧੰਦਾ ਨਹੀਂ ਹੈਗੀ, ਹੋਰ ਵੀ ਲਾਹੇਵੰਦ ਨਹੀਂ ਰਹੇਗੀ ਫਿਰ? ਹਾਂਜੀ, ਨਹੀਂ ਰਹੇਗੀ, ਕਿਉਂਕਿ ਪਹਿਲਾਂ ਹੀ ਗੁਜ਼ਾਰਾ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਰਿਹਾ। ਇਸੇ ਕਰਕੇ ਤਾਂ ਸਾਰੇ ਹੁਣ ਨਿਆਣੇ ਜਿਹੜੇ ਨੇ ਬਾਹਰ ਜਾ ਰਹੇ ਨੇ। ਮੇਰਾ ਭਰਾ ਵੀ ਤਾਂ ਹੀ ਬਾਹਰ ਗਿਆ ਆ, ਤੇ ਹੁਣ ਜਦ ਇੱਥੇ ਕੋਈ ਦੀਦਾ ਹੀ ਨਹੀਂ ਕੋਈ ਗਾਂ ਆਪਣਾ ਕੋਈ। ਅੱਛਾ, ਤੁਹਾਡਾ ਭਰਾ ਵੱਡਾ ਕਿ ਛੋਟਾ ਤੁਹਾਡੇ ਤੋਂ? ਮੇਰੇ ਤੋਂ ਵੱਡਾ ਹੈ ਜੀ। ਉਹ ਵੀ ਫਿਰ ਇਦਾਂ ਹੀ ਪਿਤਾ ਦੇ ਨਾਲ ਹੁੰਦਾ ਸੀ ਖੇਤਾਂ 'ਚ, ਕਿ ਜਾਂ ਉਹਨੂੰ ਸ਼ੌਂਕ ਘੱਟ ਸੀਗਾ? ਨਹੀਂ, ਉਹ ਵੀ ਨਾਲ ਹੀ ਕਰਵਾਉਂਦਾ ਹੁੰਦਾ ਸੀਗਾ, ਤੇ ਉਹ +2 ਤੋਂ ਬਾਅਦ ਫਿਰ ਆਈਲੈਟਸ ਕਰਕੇ ਚਲਾ ਗਿਆ ਸੀਗਾ ਬਾਹਰ। ਫਿਰ ਉਸ ਤੋਂ ਬਾਅਦ ਮੈਂ ਕਰ ਰਹੀ ਹਾਂ ਨਾਲ। ਫਿਰ ਤੁਹਾਨੂੰ ਨਹੀਂ ਕਹਿੰਦੇ ਨੇ, ਭਰਾ ਕਹਿੰਦਾ ਨੇ ਕਿ ਤੂੰ ਵੀ ਆਈਲੈਟਸ ਕਰਕੇ ਹੁਣ ਆ ਜਾ ਮੇਰੇ ਕੋਲ ਹੀ ਉੱਥੇ? ਹਾਂਜੀ, ਜਾਣਾ ਹੈ। ਹੁਣ ਦੇਖੋ ਕਿੱਦਾਂ ਦੇ ਹਾਲਾਤ ਨੇ, ਜਾਣਾ ਹੀ ਪੈਣਾ। ਫਿਰ ਇੱਥੇ ਤਾਂ ਕੁਝ ਹੈ ਨਹੀਂ ਹੁਣ। ਅੱਛਾ, ਤੁਸੀਂ ਖੇਤਾਂ ਦੇ ਵਿੱਚ ਜੁੜੇ ਹੋਏ ਹੋ। ਆਮ ਤੌਰ ਤੇ ਇੰਨੀ ਛੋਟੀ ਉਮਰ ਦੇ ਵਿੱਚ, ਤੁਹਾਡੀ 17 ਸਾਲ ਉਮਰ ਹੈ, ਇੰਨੀ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਸਮਝ ਘੱਟ ਹੁੰਦੀ ਹੈ ਕਿ ਖੇਤਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਹਿਣਾ, ਜਾਂ ਖੇਤਾਂ ਦੇ ਨਾਲੋਂ ਲੋਕਾਂ ਦਾ ਮੋਹ ਭੰਗ ਹੁੰਦਾ ਜਾਂਦਾ। ਕਹਿੰਦੇ ਨੇ ਕਿ ਬੱਚਿਆਂ ਦੀ ਰੁਚੀ ਨਹੀਂ ਰਹੀ ਕਿਸਾਨਾਂ ਦੇ ਪੁੱਤਾਂ ਦੀ ਵੀ ਖੇਤਾਂ ਦੇ ਵਿੱਚ ਹੁਣ, ਕਿਉਂਕਿ ਇਹ ਲਾਹੇਵੰਦ ਧੰਦਾ ਨਹੀਂ ਰਹੀ, ਇਸ ਕਰਕੇ ਬੱਚੇ ਬਾਹਰ ਜਾ ਰਹੇ ਨੇ। ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਦੇ ਹੁਣ ਕਾਨੂੰਨ ਆਉਂਦੇ ਨੇ, ਹੁਣ ਨੌਜਵਾਨ ਖੁੱਲ੍ਹ ਕੇ ਬਾਹਰ ਆਏ ਨੇ, ਨੌਜਵਾਨਾਂ ਨੂੰ ਹੁਣ ਆਪਣੇ ਖੇਤ ਸੰਭਾਲਣੇ ਚਾਹੀਦੇ ਨੇ? ਹਾਂਜੀ, ਸੰਭਾਲਣੇ ਚਾਹੀਦੇ ਨੇ। ਜੇ ਉਹ ਸਰਕਾਰ ਮਾਨਜ਼ਾ ਰੱਦ ਕਰ ਦਿੰਦੀ ਹੈ ਜਿਹੜੇ ਕਾਨੂੰਨ ਹੈਗੇ ਨੇ, ਤੇ ਫਿਰ ਉਹਨਾਂ ਨੂੰ ਉਹ ਸੰਭਾਲਣੀ ਵੀ ਚਾਹੀਦੀ ਖੇਤੀ, ਕਿਉਂਕਿ ਜਿਹੜੀ ਗੱਲ ਹੀ ਉਹ ਲੜ ਰਹੇ ਆ, ਫਿਰ ਉਹਨਾਂ ਨੂੰ ਉੱਤੇ ਖੜੇ ਵੀ ਤਾਂ ਹੋਣਾ ਚਾਹੀਦਾ ਨਾ ਗੱਲ ਤੇ। ਹਾਂਜੀ, ਜੇ ਉਹ ਨਹੀਂ ਸਾਂਭਣਗੇ ਤਾਂ ਫਿਰ ਕੌਣ ਸੰਭੂਗਾ? ਅੱਛਾ, ਛੋਟੇ ਛੋਟੇ ਬੱਚੇ ਵੀ ਸਿੰਘੂ ਬਾਰਡਰ ਤੇ ਵੀ ਡਟੇ ਹੋਏ ਨੇ। ਤੁਸੀਂ ਫਿਰ ਖਬਰਾਂ ਵਗੈਰਾ ਦੇਖਦੇ ਹੋ ਉੱਥੋਂ ਰੋਜ਼ਾਨਾ ਟੀਵੀ 'ਚ? ਹਾਂਜੀ, ਦੇਖਦੇ ਆ, ਰੋਜ਼ ਖਬਰਾਂ ਦੇਖਦੇ ਆ ਵੀ ਕਿੱਦਾਂ ਹਾਲਾਤ ਨੇ, ਕੋਈ ਮੰਨਦਾ ਹੈ ਕਿ ਨਹੀਂ, ਪਰ ਕੋਈ ਮੰਨ ਹੀ ਨਹੀਂ ਰਿਹਾ। ਸੋ ਬਹੁਤ ਔਖਾ ਹੈ ਇੱਦਾਂ ਦਾ ਸਾਰਿਆਂ ਲਈ। ਤੁਹਾਡਾ ਨਿੱਜੀ ਵਿਚਾਰ ਕੀ ਹੈ? ਕਈ ਵਾਰੀ ਬੰਦੇ ਦੇ ਖਿਆਲ ਦੇ ਵਿੱਚ ਨਿੱਜੀ ਵਿਚਾਰ ਵੀ ਆਉਂਦੇ ਨੇ ਕਿ ਸਰਕਾਰ ਇਸ ਕਰਕੇ ਨਹੀਂ ਮੰਨਦੀ ਹੋਊਗੀ, ਸ਼ਾਇਦ ਸਰਕਾਰ ਨੂੰ ਮੰਨ ਜਾਣਾ ਚਾਹੀਦਾ। ਆਪਾਂ ਤਾਂ ਇਹੀ ਕਹਿੰਦੇ ਆ, ਪਰ ਕਈ ਵਾਰੀ ਬੰਦੇ ਦੇ ਮਨ ਦੇ ਵਿੱਚ ਵਿਚਾਰ ਹੁੰਦੇ ਨੇ ਕਿ ਸਰਕਾਰ ਹੋ ਸਕਦਾ ਇਹ ਚੀਜ਼ ਦਾ ਖਦਸ਼ਾ ਹੋਵੇ, ਇਸ ਕਰਕੇ ਸਰਕਾਰ ਨਾ ਮੰਨਦੀ ਹੋਵੇ। ਨਹੀਂ, ਸਰਕਾਰ ਜਿਹੜੀ ਉਹ ਆਪਣੇ ਫਾਇਦੇ ਲਈ ਆ, ਬਸ ਉਹਨਾਂ ਨੂੰ ਉਹ ਆਪਣਾ ਮੁਨਾਫਾ ਦੇ ਰਹੀ ਹੈ। ਉਹ ਕਹਿ ਰਹੀ ਹੈ ਵੀ ਜਿੱਦਾਂ ਹੁਣ ਆਪਾਂ ਇੱਦਾਂ ਮੰਡੀਆਂ ਚਲਾਉਂਦੇ ਆ, ਤੇ ਇਹਦੇ ਕਰਕੇ ਸਰਕਾਰ 'ਤੇ ਜਿਹੜਾ ਕਰਜ਼ਾ ਉਹ ਵੱਧ ਰਿਹਾ ਆ, ਤਾਂ ਉਹਨੂੰ ਬਸ ਖਤਮ ਕਰਨ ਦੇ ਲਈ ਤਾਂ ਉਹ ਇੱਦਾਂ ਕਰ ਰਹੇ ਨੇ। ਬਸ ਆਪਣਾ ਮੁਨਾਫਾ ਸੋਚ ਰਹੀ, ਕਿਸੇ ਹੋਰ ਦਾ ਨਹੀਂ। ਅੱਛਾ, ਜਦੋਂ ਫਸਲ ਵੱਢੀ ਜਾਂਦੀ ਹੈ ਫਿਰ ਤੁਸੀਂ ਉਦੋਂ ਖੇਤਾਂ ਮੰਡੀ 'ਚ ਜਾਂਦੇ ਹੋ ਪਿਤਾ ਦੇ ਨਾਲ? ਨਹੀਂ, ਮੰਡੀ 'ਚ ਮੈਂ ਵੈਸੇ ਅੱਜ ਤੱਕ ਤਾਂ ਨਹੀਂ ਗਈ, ਪਰ ਜੇ ਲੋੜ ਪਵੇਗੀ ਤਾਂ ਫਿਰ ਜਾਵਾਂਗੀ, ਕਿਉਂਕਿ ਇਹਦਾ ਰੋਡ 'ਤੇ ਫਿਰ ਥੋੜ੍ਹਾ ਔਖਾ ਹੋ ਜਾਂਦਾ ਗੱਡੀਆਂ ਦੇ ਨਾਲ। ਅੱਛਾ, ਫਿਰ ਅਜੇ ਖੇਤਾਂ 'ਚ ਚਲਾਉਂਦੇ ਹੋ ਤੁਸੀਂ ਟਰੈਕਟਰ? ਹਾਂਜੀ। ਕਣਕ ਤੇ ਝੋਨੇ ਤੋਂ ਇਲਾਵਾ ਵੀ ਕੋਈ ਖੇਤੀ ਕਰਦੇ ਹੋ ਕਿ ਜਾਂ ਕਣਕ ਤੇ ਝੋਨਾ ਹੀ ਬੀਜਦੇ ਫਿਰ ਇਕੱਲਾ? ਨਹੀਂ, ਆਲੂ ਬੀਜ ਲਈਦੇ ਆ ਅਸੀਂ, ਜਿੱਦਾਂ ਪੱਠੇ ਵਗੈਰਾ ਵੀ ਹੋ ਜਾਂਦੇ ਆ ਹੁਣ। ਹਾਂਜੀ। ਜਿੱਦਾਂ ਘਰੇ ਪਸ਼ੂ ਵਗੈਰਾ ਵੀ ਰੱਖੇ ਹੋਏ ਨੇ, ਉੱਥੇ ਵੀ ਫਿਰ ਹੈਲਪ ਕਰਾਉਂਦੇ ਹੋ ਨਾਲ? ਹਾਂਜੀ, ਮੈਂ ਪਸ਼ੂ ਚੋ ਲੈਂਦੀ ਆ, ਮਤਲਬ ਕਿ ਜਿੱਦਾਂ ਧਾਰ ਕੱਢੀ ਦੀ ਆਪਾਂ ਉਹ ਕੱਢ ਲਈ ਦੀ ਆ। ਹਾਂਜੀ, ਹੈਗੇ ਆ ਸਾਡੇ ਕੋਲ। ਧਾਰਾਂ ਵੀ ਕੱਢ ਲੈਂਦੇ ਹੋ? ਇਹ ਤਾਂ ਤੁਸੀਂ ਪੂਰੇ ਕੰਮ ਕਰ ਲੈਂਦੇ ਹੋ ਖੇਤਾਂ ਵਾਲੇ, ਜਿਹੜੇ ਜੱਟਾਂ ਵਾਲੇ ਹੁੰਦੇ ਨੇ ਕੰਮ। ਅੱਛਾ, ਜਦੋਂ ਸ਼ਾਮ ਨੂੰ ਫਿਰ ਨਿਆਣੇ ਬਾਹਰ ਨਿਕਲਦੇ ਨੇ ਖੇਡਣ ਵਾਸਤੇ, ਉਦੋਂ ਜੀ ਨਹੀਂ ਕਰਦਾ ਵੀ ਹੁਣ ਕੰਮ ਛੱਡ ਕੇ ਖੇਡ ਆਈਏ ਘੜੀ? ਨਹੀਂ, ਮੈਂ ਤਾਂ ਕਦੇ ਖੇਡਣ ਵਾਸਤੇ ਗਈ ਨਹੀਂ। ਪਹਿਲਾਂ ਤਾਂ ਜਿੱਦਾਂ ਮੇਰਾ ਭਰਾ ਇੱਥੇ ਸੀਗਾ ਤੇ ਫਿਰ ਉਹਦੇ ਨਾਲ ਖੇਡ ਲੈਂਦੀ ਹੁੰਦੀ ਸੀਗੀ। ਹੁਣ ਜਦੋਂ ਤੋਂ ਹੋ ਗਿਆ ਤੇ ਮੈਂ ਤਾਂ ਗਈ ਨਹੀਂ ਕਿਤੇ। ਹੌਬੀਜ਼ ਕੀ ਨੇ ਤੁਹਾਡੀਆਂ ਹੋਰ? ਹੌਬੀਜ਼ ਇੱਦਾਂ ਘੁੰਮਣਾ, ਟਰੈਕਟਰ ਚਲਾਉਣਾ, ਇਹੀ ਸਭ ਹੌਬੀਜ਼ ਨੇ ਮੇਰੀਆਂ। ਹਾਂਜੀ। ਤੇ ਡਰਾਈਵਰ ਤਾਂ ਨਹੀਂ ਬਣਨਾ ਕੈਨੇਡਾ 'ਚ ਜਾ ਕੇ? ਸੋਚ ਲਵਾਂਗੇ ਜੇ ਮੌਕਾ ਮਿਲਿਆ ਤਾਂ। ਹਾਂਜੀ। ਇਹ ਤੁਹਾਨੂੰ ਬੱਚੀਆਂ ਦਾ ਜਿਹੜਾ ਖੁੱਲ੍ਹ ਕੇ ਦੱਸਦੀਆਂ ਹੁੰਦੀਆਂ ਨੇ, ਤੁਹਾਨੂੰ ਕੀ ਲੱਗਦਾ ਕਿ ਬੱਚੀ ਦਾ ਸ਼ੌਂਕ ਕੀ ਆ, ਵੱਡੀ ਹੋ ਕੇ ਬਣਨਾ ਕੀ ਚਾਹੁੰਦੀ ਹੈ? ਇਹਦਾ ਹਜੇ ਕੋਈ ਡਿਸਾਈਡ ਨਹੀਂ ਕੀਤਾ ਜੀ। ਹਜੇ ਤਾਂ ਇਹਦੀ ਮਰਜ਼ੀ ਆ, ਜੋ ਇਹਦਾ ਦਿਲ ਕਰੂਗਾ ਕਰ ਲੇਗੀ ਜੀ। ਅਸੀਂ ਇਹ 'ਤੇ ਕੋਈ ਜਿੱਦਾਂ ਆਪਣੀ ਦਬਾਅ ਨਹੀਂ, ਇਹਦਾ ਆਪਣਾ ਸ਼ੌਂਕ ਆ, ਜਿਹੜਾ ਵੀ ਇਹਦਾ ਦਿਲ ਕਰੂਗਾ।
ਹਾਂਜੀ। ਜਿੱਦਾਂ ਬੇਟਾ ਬਾਹਰ ਗਿਆ, ਆਉਂਦਾ ਕਦੇ ਵਿਚਾਰ ਕਿ ਹੁਣ ਇੱਥੇ ਤਾਂ ਨੌਕਰੀਆਂ ਵੀ ਨਹੀਂ ਮਿਲਦੀਆਂ, ਇੰਨਾ ਰੁਜ਼ਗਾਰ ਹੈ ਨਹੀਂ ਕਿ ਬੇਟੀ ਨੂੰ ਵੀ ਹੁਣ ਬਾਹਰ ਭੇਜ ਦਈਏ? ਇਹ ਵੀ ਬਾਹਰ ਜਾਇਆ ਜੀ, 1 ਮਹੀਨਾ ਰਿਹਾ ਜੀ ਬੇਟੇ ਕੋਲ। ਹਾਂਜੀ, ਇਹਦਾ ਵੀ ਵੀਜ਼ਾ ਲੱਗਿਆ ਹੈ ਕੈਨੇਡਾ ਦਾ। 1 ਮਹੀਨਾ ਰਹਿ ਕੇ ਗਰਮੀਆਂ ਦੀ ਛੁੱਟੀਆਂ 'ਚ ਗਈ ਸੀਗੀ ਤੇ ਵਾਪਸ ਆ ਗਈ ਸੀਗੀ। ਹੁਣ ਇੱਕ ਗੱਲ ਹੋਰ ਵੀ ਉੱਠਦੀ ਆ, ਕਿਸਾਨ ਅੰਦੋਲਨ ਹੁਣ ਚੱਲ ਰਿਹਾ, ਖੁੱਲ੍ਹ ਕੇ ਨੌਜਵਾਨ ਬਾਹਰ ਆਏ ਨੇ, ਕਹਿੰਦੇ ਨੇ ਕਿ ਜੱਟਾਂ ਦੇ ਕਿਸਾਨਾਂ ਦੇ ਪੁੱਤਾਂ ਦਾ ਸ਼ੌਂਕ ਨਹੀਂ ਰਿਹਾ ਹੁਣ ਖੇਤੀ ਦੇ ਵਿੱਚ, ਇਸੇ ਕਰਕੇ ਕਾਰਪੋਰੇਟ ਘਰਾਣੇ ਅੱਗੇ ਆ ਕੇ ਸੰਭਾਲਣਗੇ। ਲੱਗਦਾ ਕਿ ਹੁਣ ਕਿਸਾਨਾਂ ਦੇ ਪੁੱਤਾਂ ਨੂੰ ਜਿਹੜਾ ਜੁੜਨਾ ਚਾਹੀਦਾ ਚੰਗੀ ਤਰ੍ਹਾਂ? ਨਹੀਂ ਚਾਹੀਦਾ ਜੀ, ਆਪਣੇ ਖੇਤਾਂ ਨਾਲ ਤਾਂ ਜੁੜਨਾ ਚਾਹੀਦਾ, ਮਿੱਟੀ ਦੇ ਨਾਲ। ਹੁਣ ਵੀਜ਼ਾ ਮੇਰਾ ਵੀ ਲੱਗਿਆ ਜੀ, 10 ਸਾਲ ਦਾ ਵੀਜ਼ਾ ਲੱਗਿਆ ਆ। ਅਸੀਂ ਵੀ ਇੱਥੇ ਖੇਤੀ ਕਰਦੇ ਆ। ਮੈਂ 2 ਵਾਰੀ ਜਾ ਕੇ ਆਇਆ। ਇੱਕ ਵਾਰੀ ਮੈਂ 12 ਦਿਨ ਬਾਅਦ ਆ ਗਿਆ ਸੀ ਵਾਪਸ, ਇੱਕ ਵਾਰੀ 1 ਮਹੀਨਾ ਰਹਿ ਕੇ ਆ ਗਿਆ ਜੀ। ਅਸੀਂ ਵੀ ਇੱਥੇ ਖੇਤੀ ਨਾਲ ਹੀ ਆ ਜੀ। ਹਾਂਜੀ। ਫਿਰ ਕਿੱਦਾਂ ਮਾਹੌਲ ਲੱਗਦਾ? ਕਦੇ ਹੁੰਦਾ ਕਦੇ ਵਿਚਾਰ ਕੇ ਹੁਣ ਖੇਤ ਕੰਮ ਕਰ ਛੱਡ ਕੇ, ਇੱਥੋਂ ਮਿੱਟੀ ਨਾਲ ਮਿੱਟੀ ਹੋਣਾ ਛੱਡ ਕੇ ਹੁਣ ਚੱਲੀਏ ਕੈਨੇਡਾ ਦੇ ਵਿੱਚ? ਕਦੇ ਬੇਟਾ ਵੀ ਨਹੀਂ ਕਹਿੰਦਾ ਕਿ ਆ ਜਾਓ ਹੁਣ ਪਾਪਾ ਆਰਾਮ ਦੀ ਜ਼ਿੰਦਗੀ ਜੀਏ? ਹਜੇ ਕੋਈ ਵਿਚਾਰ ਨਹੀਂ ਬਣਿਆ ਜੀ, ਹਜੇ ਤਾਂ ਇੱਥੇ ਹੀ ਬਸ ਆਪਣੇ ਖੇਤਾਂ ਨਾਲ ਹੀ ਆ ਜੀ। ਹਾਂਜੀ। ਅੱਛਾ, ਜਦੋਂ ਤੁਸੀਂ ਉੱਥੇ ਰਹਿ ਕੇ ਆਏ ਹੋ, ਫਿਰ ਤੁਹਾਨੂੰ ਉੱਥੇ ਦਾ ਮਾਹੌਲ ਜਾਂ ਖੇਤਾਂ ਦਾ ਉੱਥੇ ਤੁਸੀਂ ਦੇਖਿਆ ਹੋਊਗਾ, ਕੀ ਫਰਕ ਕੀ ਮਹਿਸੂਸ ਹੁੰਦਾ ਹੈ ਕਿ ਇੰਡੀਆ ਦੇ ਵਿੱਚ ਤੇ ਬਾਹਰਲੇ ਮੁਲਕਾਂ ਦੇ ਵਿੱਚ ਇਹ ਫਰਕ ਹੈਗਾ? ਨਹੀਂ, ਫਰਕ ਤਾਂ ਹੈਗਾ ਜੀ, ਸਾਰੇ ਹਰ ਇੱਕ ਕੰਮ ਦਾ ਹੀ ਹੈਗਾ। ਸਾਫ ਸਫਾਈ ਦਾ ਫਰਕ ਬਹੁਤ ਜ਼ਿਆਦਾ ਹੈਗਾ ਇੱਥੇ ਨਾਲੋਂ। ਫਰਕ ਤਾਂ ਹੈ ਹਰ ਕੰਮ ਦਾ, ਪਰ ਜਿਹੜਾ ਜਿੱਦਾਂ ਅਸੀਂ ਪਹਿਲਾਂ ਤੋਂ ਛੋਟੇ ਹੁੰਦੇ ਇੱਥੇ ਰਹੇ ਆ, ਇੱਥੇ ਦੇ ਮਾਹੌਲ 'ਚ ਰਹੇ ਆ, ਸਾਨੂੰ ਇਹ ਮਾਹੌਲ ਜ਼ਿਆਦਾ ਪਸੰਦ ਆਉਂਦਾ ਜੀ। ਆਪਣੀ ਮਰਜ਼ੀ ਨਾਲ ਰਹਿਣਾ, ਮਰਜ਼ੀ ਨਾਲ ਕੰਮ ਕਾਰ ਕਰਨਾ ਸਾਰਾ। ਤੇ ਹੁਣ ਕਿਤੇ ਵੀ ਆਪਾਂ ਜਾਂਦੇ ਉੱਥੇ ਆਪਾਂ ਨੂੰ ਥੋੜ੍ਹਾ ਬੰਨੋਗਰੀ ਦੇ ਵਿੱਚ ਕੰਮ ਕਰਨਾ ਪੈਂਦਾ। ਇੱਥੇ ਆਪਣਾ ਖੁੱਲ੍ਹਾ ਮਾਹੌਲ ਆ, ਖੁੱਲ੍ਹੇ ਮਾਹੌਲ ਦੇ ਵਿੱਚ ਰਹੀਦਾ, ਆਪਣੀ ਮਰਜ਼ੀ ਨਾਲ ਹਰ ਇੱਕ ਕੰਮ ਬੰਦਾ ਕਰਦਾ। ਪਹਿਲਾਂ ਤੋਂ ਇੱਥੇ ਕੰਮ ਕੀਤਾ ਆ ਜੀ। ਹਾਂਜੀ। ਅੱਛਾ, ਇਹ ਬੇਟੀ ਦੱਸ ਰਹੀ ਕਿ ਅਸੀਂ ਆਲੂ ਵੀ ਬੀਜਦੇ ਹਾਂ, ਕਣਕ ਵੀ ਬੀਜਦੇ, ਝੋਨਾ ਵੀ ਬੀਜਦੇ ਹਾਂ। ਹਾਂਜੀ। ਇਹ ਫਸਲਾਂ ਕਹਿੰਦੇ ਨੇ ਕਿ ਇੱਕ ਫਸਲੀ ਚੱਕਰ ਵੀ ਲੈ ਕੇ ਆਉਣਾ ਚਾਹੀਦਾ। ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਕਣਕ ਤੇ ਝੋਨੇ 'ਚ ਫਸ ਗਏ ਨੇ। ਤੁਹਾਨੂੰ ਲੱਗਦਾ ਕਿ ਜੇ ਇਹ 'ਚੋਂ ਬਾਹਰ ਨਿਕਲਣ ਤੇ ਕਿਸੇ ਹੋਰ ਚੀਜ਼ 'ਚ ਫਾਇਦਾ ਹੈ? ਹੋਰ ਚੀਜ਼ਾਂ ਦੇ ਵਿੱਚ ਜੀ ਰੇਟ ਨਹੀਂ ਮਿਲਦਾ। ਹੁਣ ਮੱਕੀ ਬੀਜੀ ਦੀ ਆ, ਆਲੂ ਦੇ ਵੱਢ, ਉਹ ਮੱਕੀ ਹੁਣ ਉਹੀ ਮੱਕੀ ਆ, ਉਹਦਾ ਰੇਟ 1800 ਰੁਪਈਆ ਸਰਕਾਰ ਨੇ ਤੈਅ ਕੀਤਾ ਆ। ਮਿਲਦਾ ਉਹਦਾ 500-600 ਰੁਪਈਆ ਰੇਟ ਆ ਕੁਆਂਟਲ ਦਾ। ਤੇ ਫਸਲੀ ਚੱਕਰ ਤਾਂ ਹੀ ਮੁੱਕ ਸਕਦਾ ਜੇ ਸਰਕਾਰ ਕੀਮਤਾਂ ਉਹਦੀਆਂ ਪੂਰੀਆਂ ਦੇਵੇ, ਤਾਂ ਫਿਰ ਤਾਂ ਫਸਲੀ ਚੱਕਰ ਮੁੱਕ ਹੀ ਜਾਣਾ ਜੀ, ਜਦੋਂ ਹੁਣ ਹਰ ਇੱਕ ਫਸਲ ਦਾ ਰੇਟ ਮਿਲੂਗਾ। ਹੁਣ ਆਲੂ ਆ, ਇਹ ਆਲੂ ਪਹਿਲਾਂ 2000 ਨੂੰ ਬੋਰਾ ਵਿਕਦਾ ਸੀ, 2500 ਨੂੰ ਬੋਰਾ ਵਿਕਦਾ ਸੀ, ਉਹੀ ਬੋਰਾ ਹੁਣ 400-500 ਨੂੰ ਆ ਗਿਆ। ਇਹ ਜਦੋਂ ਫਿਰ ਇੱਕਦਮ ਰੇਟ ਥੱਲੇ ਆ ਜਾਂਦਾ, ਫਿਰ ਉਹ ਬੰਦਾ ਮੁੜ ਕੇ ਫਸਲ ਦੁਬਾਰਾ ਬੀਜਦਾ ਨਹੀਂ। ਜੇ ਰੇਟ ਪੱਕੇ ਹੋਣ, ਇਹਨਾਂ ਦੇ ਪੱਕੇ ਮਿਲਣ, ਫਿਰ ਆਪੇ ਸਾਰੀਆਂ ਫਸਲਾਂ ਵੰਡ ਹੋ ਕੇ ਬੀਜ ਹੋਣ, ਆਪੇ ਫਸਲ ਇੱਕ ਨਹੀਂ ਬੀਜ ਹੁੰਦੀ। ਇਹੀ ਡਰ ਆ ਸ਼ਾਇਦ ਕਿਸਾਨਾਂ ਨੂੰ ਕਿ ਇਹ ਮੱਕੀ ਵਾਲਾ ਹਾਲ ਹੀ ਹੁਣ ਕਣਕ ਝੋਨੇ ਨਾਲ ਹੋਏਗਾ ਜੇਕਰ ਇਹ ਕਾਨੂੰਨ ਹੋ ਜਾਂਦਾ ਤਾਂ? ਇਹੀ ਹੋਣਾ ਜੀ, ਜੇ ਇਹ ਕਾਨੂੰਨ ਬਣ ਜਾਂਦਾ ਤਾਂ ਹਾਲ ਇਹ ਹੋਣਾ ਜਿੱਦਾਂ ਕਿ ਮੱਕੀ ਨੂੰ, ਆਲੂਆਂ ਨੂੰ, ਕਿਸੇ ਵੀ ਸਬਜ਼ੀ ਨੂੰ ਕੋਈ ਨਹੀਂ ਪੁੱਛਦਾ, ਇਹੀ ਹਾਲ ਮੁੜ ਕੇ ਕਣਕ ਝੋਨੇ ਦਾ ਹੋ ਜਾਣਾ ਜੀ। ਇਹਨਾਂ ਨੂੰ ਵੀ ਕਿਸੇ ਨੇ ਨਹੀਂ ਪੁੱਛਣਾ ਜੀ। ਹਾਂਜੀ, ਬਿਲਕੁਲ। ਇਹ ਬੇਟੀ ਮਨਪ੍ਰੀਤ ਵੀ ਦੱਸ ਰਹੇ ਨੇ ਕਿ ਕੈਨੇਡਾ ਗਏ ਤੁਸੀਂ, ਭਰਾ ਕੋਲ ਜਾ ਕੇ ਆਏ ਹੋ ਕੈਨੇਡਾ? ਹਾਂਜੀ, ਮੈਂ ਜਾ ਕੇ 1 ਮਹੀਨਾ ਰਹਿ ਕੇ ਆਈ ਸੀਗੀ। ਹਾਂਜੀ। ਉੱਥੇ ਦਾ ਤੇ ਇੱਥੇ ਦਾ ਤੁਹਾਨੂੰ ਕੀ ਫਰਕ ਲੱਗਾ? ਉੱਥੇ ਦੀ ਪਾਲਿਸੀ ਤੇ ਇੱਥੇ ਇੰਡੀਆ ਦੀ ਪਾਲਿਸੀ 'ਚ ਕੀ ਫਰਕ ਹੈ? ਉੱਥੇ ਜੇ ਤਾਂ ਬੰਦਾ ਕੰਮ ਕਰ ਲਈ ਜਾ ਰਿਹਾ ਤਾਂ ਉਹਦੇ ਲਈ ਤਾਂ ਵਧੀਆ, ਕਿਉਂਕਿ ਨੌਕਰੀ ਵਗੈਰਾ ਮਿਲ ਜਾਂਦੀ ਹੈ, ਤਨਖਾਹ ਵੀ ਵਧੀਆ ਹੁੰਦੀ ਆ, ਬੰਦੇ ਦਾ ਗੁਜ਼ਾਰਾ ਹੋ ਜਾਂਦਾ। ਇੱਥੇ ਗੁਜ਼ਾਰੇ ਲਈ ਔਖਾ, ਪਰ ਜਿੱਦਾਂ ਹੁਣ ਆਪਾਂ ਇੱਥੇ ਸ਼ੁਰੂ ਤੋਂ ਰਹਿ ਰਹੇ ਹਾਂ ਤੇ ਫਿਰ ਆਉਣ ਨੂੰ ਵਾਪਸ ਦਿਲ ਕਰਦਾ ਰਹਿੰਦਾ ਵੀ ਉੱਥੇ ਜਾਈਏ, ਪਰ ਆਪਣੇ ਫਿਊਚਰ ਬਾਰੇ ਸੋਚਣ ਲਈ ਉੱਥੇ ਜਾਣਾ ਪੈਂਦਾ। ਕਹਿੰਦੇ ਨੇ ਕਿ ਕਿਸਾਨੀ ਜਿਹੜੀ ਹੈ ਉਹ ਜ਼ਮੀਨ ਦੇ ਉੱਪਰ, ਫਸਲ ਦੇ ਉੱਪਰ ਨਿਰਭਰ ਹੁੰਦੀ ਹੈ, ਜਿਹੜੀ ਆਮਦਨ ਹੁੰਦੀ ਕਿਸਾਨਾਂ ਦੀ। ਆਮ ਤੌਰ 'ਤੇ ਉਦਾਹਰਨ ਵੀ ਦਿੰਦੇ ਨੇ, ਕਹਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਕਾਨੂੰਨ ਦੇ ਵਿੱਚੋਂ ਆੜ੍ਹਤੀਆਂ ਨੂੰ ਖਤਮ ਕੀਤਾ ਜਾ ਰਿਹਾ, ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹ ਫਸਲਾਂ 'ਤੇ ਡਿਪੈਂਡ ਕਰਦੀ ਹੈ। ਤੁਸੀਂ ਵੀ ਜਦੋਂ ਛੋਟੇ ਹੁੰਦੇ ਹੋਵੋਗੇ ਜਾਂ ਕਈ ਵਾਰੀ ਕੋਈ ਚੀਜ਼, ਮਹਿੰਗੀ ਚੀਜ਼ ਮੰਗਦੇ ਹੋ ਫਾਦਰ ਹੋਣਾ ਤੋਂ, ਤੁਹਾਨੂੰ ਵੀ ਕਹਿੰਦੇ ਹੁੰਦੇ ਸੀ ਕਿ ਫਸਲ ਕੱਟਾਂਗੇ ਤਾਂ ਫਿਰ ਲੈ ਕੇ ਦੇਵਾਂਗੇ? ਹਾਂਜੀ, ਇੱਦਾਂ ਹੋ ਜਾਂਦਾ ਆ ਵੀ ਹੁਣ ਕਿਸਾਨੀ ਤੇ ਹੀ ਆ, ਕਿਸਾਨੀ ਹੁਣ ਫਸਲ ਵੱਢਾਂਗੇ ਤਾਂ ਪੈਸਾ ਆਊਗਾ, ਉੱਦਾਂ ਤਾਂ ਪੈਸਾ ਕਿਤੇ ਸਾਨੂੰ ਆਉਣਾ ਨਹੀਂ, ਤੇ ਫਿਰ ਇੱਦਾਂ ਹੋ ਜਾਂਦਾ ਆ। ਜਦੋਂ ਜ਼ਿਆਦਾ ਮਹਿੰਗਾ ਵੀ ਨਹੀਂ ਤਾਂ ਉੱਦਾਂ ਤਾਂ ਸਾਰੀਆਂ ਚੀਜ਼ਾਂ ਲੈ ਕੇ ਦਿੰਦੇ ਹੀ ਆ। ਹਾਂਜੀ। ਅੱਛਾ, ਇਹ ਕਹਿੰਦੇ ਨੇ ਕਿ ਨੌਜਵਾਨਾਂ ਨੇ ਜਾਂ ਅੱਗੋਂ ਜਿਹੜੀ ਨਵੀਂ ਪੀੜ੍ਹੀ ਆ ਰਹੀ ਹੈ ਪੜ੍ਹੀ ਲਿਖੀ, ਉਹਨਾਂ ਨੇ ਖੇਤੀ ਨੂੰ ਹੁਣ ਲਾਹੇਵੰਦ ਧੰਦਾ ਬਣਾਉਣਾ ਸ਼ੁਰੂ ਕਰਤਾ। ਤੁਸੀਂ ਖੇਤੀਬਾੜੀ ਫਿਰ ਪੜ੍ਹਦੇ ਵੀ ਹੈ, ਕੁਝ ਨਾ ਕੁਝ ਨਵੀਆਂ ਟੈਕਨੀਕ ਜਿਹੜੀਆਂ ਆ ਰਹੀਆਂ ਨੇ ਉਹਨਾਂ ਬਾਰੇ ਕੋਈ ਜਾਣਕਾਰੀ ਲੈਂਦੇ ਹੋ? ਫਿਰ ਫਾਦਰ ਹੋਣਾ ਦੇ ਨਾਲ ਡਿਸਕਸ ਕਰਦੇ ਹੋ ਇਹ ਚੀਜ਼ਾਂ? ਹਾਂਜੀ, ਜੇ ਕੋਈ ਖਬਰ ਮਿਲੇ ਤਾਂ ਫਿਰ ਮੈਂ ਦੱਸਦੀ ਜ਼ਰੂਰ ਹੁੰਦੀ ਆ ਵੀ ਇੱਦਾਂ ਹੋਇਆ ਆ, ਪਰ ਜ਼ਿਆਦਾ ਤਾਂ ਨਹੀਂ ਕੁਝ। ਇੱਦਾਂ ਕਰ ਲੈਣਾ ਚਾਹੀਦਾ। ਸਾਨੂੰ ਕਈ ਵਾਰੀ ਸੁਝਾਅ ਦਿੰਦੇ ਹੋ ਕਿ ਪਾਪਾ ਇਹ ਵੀ ਫਸਲ ਬੀਜ ਲਈਏ। ਕਈ ਵਾਰੀ ਆਪਾਂ ਅਖਬਾਰਾਂ 'ਚ ਪੜ੍ਹਦੇ ਜਾਂ ਖਬਰਾਂ 'ਚ ਦੇਖਦੇ ਹਾਂ ਕਿ ਕਿਸੇ ਕਿਸਾਨ ਨੇ ਇਹ ਫਸਲ ਲਾਈ, ਉਹਨੂੰ ਇੰਨੇ ਲੱਖ ਦਾ ਮੁਨਾਫਾ ਹੋ ਗਿਆ। ਕਈ ਵਾਰੀ ਫਿਰ ਇੱਦਾਂ ਦੀ ਚਰਚਾ ਕਰਦੇ ਹੋ ਫਾਦਰ ਹੋਣਾ ਦੇ ਨਾਲ? ਹਾਂਜੀ, ਇੱਦਾਂ ਕਰ ਲਈ ਦੀ ਚਰਚਾ, ਪਰ ਉਹ ਆਪਾਂ ਨੂੰ ਜ਼ਮੀਨ ਦਾ ਵੀ ਹਿਸਾਬ ਕਿਤਾਬ ਦੇਖਣਾ ਪੈਂਦਾ ਵੀ ਕਿੱਦਾਂ ਦੀ ਮਿੱਟੀ ਆ,
ਕਿੱਦਾਂ ਦਾ ਇੱਥੇ ਮੌਸਮ ਰਹਿੰਦਾ ਆ, ਫਿਰ ਉਸ ਹਿਸਾਬ ਨਾਲ ਫਸਲ ਹੁੰਦੀ ਆ। ਹਾਂਜੀ। ਅੱਛਾ, ਇਹ ਚੀਜ਼ਾਂ ਦੀ ਤੁਹਾਨੂੰ ਮੈਨੂੰ ਲੱਗਦਾ ਸਮਝ ਹੈ, ਇਕੱਲਾ ਤੁਸੀਂ ਟਰੈਕਟਰ ਨਹੀਂ ਚਲਾਉਂਦੇ, ਤੁਹਾਨੂੰ ਫਿਰ ਸਾਰੀਆਂ ਚੀਜ਼ਾਂ ਦੀ ਸਮਝ ਹੈ ਕਿ ਇਹ ਰੁੱਤ ਦੇ ਵਿੱਚ ਇਹ ਫਸਲ ਬੀਜਦੇ ਆ, ਇਹਦੇ ਵਿੱਚ ਇੰਨਾ ਬੀਜ ਪੈਂਦਾ ਹੈ, ਇਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਸਿੱਖਦੇ ਪਏ ਹੋ? ਹਾਂਜੀ, ਸਿੱਖਦੀ ਪਈ ਆ, ਸਾਰਾ ਕੁਝ ਪਤਾ ਚੱਲੀ ਜਾ ਰਿਹਾ ਹੌਲੀ ਹੌਲੀ, ਜਿੱਦਾਂ ਜਿੱਦਾਂ ਕਰੀ ਜਾ ਰਹੀ ਆ ਫਿਰ। ਹਾਂਜੀ। ਹੁਣ ਫਿਰ ਤੁਹਾਡੇ ਪਿਤਾ ਦਿੱਲੀ ਚਲੇ ਜਾਂਦੇ ਨੇ ਧਰਨੇ ਦੇ ਵਿੱਚ, ਕਹਿੰਦੇ ਨੇ ਕਿ ਚਲੇ ਜਾਂਦੇ ਅਸੀਂ ਆ ਜਾਂਦੇ ਆ, ਫਿਰ ਪਿੱਛੋਂ ਇਹ ਕੰਮ ਦੇਖਦੀ ਆ। ਹੁਣ ਕਣਕ ਬੀਜੀ ਗਈ ਸਾਰੀ ਕਿ ਜਾਂ ਰਹਿੰਦਾ ਕੰਮ ਫਿਰ ਥੋੜਾ ਜੇ? ਹਲੇ ਥੋੜੇ ਆਲੂ ਪੱਟਣ ਵਾਲੇ ਰਹਿੰਦੇ ਨੇ, ਉਹਨਾਂ ਤੋਂ ਬਾਅਦ ਜਿਹੜੀ ਬੀਜਣੀ ਉਹ ਰਹਿੰਦੀ ਆ, ਨਹੀਂ ਤਾਂ ਉੱਦਾਂ ਦਾ ਸਾਰਾ ਕੰਮ ਨਿਬੜ ਗਿਆ ਵਾ। ਹਾਂਜੀ। ਹੁਣ ਫਿਰ ਜਦੋਂ ਫਾਦਰ ਕਹਿੰਦੇ ਨੇ ਕਿ ਮੈਂ ਦੁਬਾਰਾ ਜਾਣਾ, ਜਦੋਂ ਦੁਬਾਰਾ ਫਿਰ ਜਾਣਗੇ ਫਿਰ ਇਸੇ ਤਰੀਕੇ ਨਾਲ ਰੂਟੀਨ ਦੇ ਵਿੱਚ ਰਹਿੰਦੇ ਹੋ, ਜਦੋਂ ਫਾਦਰ ਆ ਜਾਂਦੇ ਨੇ ਫਿਰ ਥੋੜਾ ਜਿਹਾ ਸੁੱਖ ਹੋ ਜਾਂਦਾ? ਹਾਂਜੀ, ਫਰਕ ਪੈ ਜਾਂਦਾ, ਫਿਰ ਉਨੀ ਮਦਦ ਹੋ ਜਾਂਦੀ ਆ, ਨਹੀਂ ਤਾਂ ਇਕੱਲੇ ਨੂੰ ਫਿਰ ਤਾਂ ਕਰਨਾ ਔਖਾ ਹੈ। ਹਾਂਜੀ। ਤੇ ਇਹ ਫਿਰ ਜਿੱਦਾਂ ਛੱਟਾ ਵਗੈਰਾ ਦਿੱਤਾ ਹੈ, ਇਹ ਫਿਰ ਜਿੱਦਾਂ ਤੁਹਾਡਾ ਕਜ਼ਨ ਹੈ, ਇਹ ਨਾਲ ਮਿਲ ਕੇ ਕਰ ਲੈਂਦੇ ਹੋ ਕੰਮ? ਹਾਂਜੀ, ਨਾਲ ਮਿਲ ਕੇ ਕਰ ਲੈਂਦੇ ਆ। ਅੱਛਾ, ਇਦਾਂ ਹੀ ਡਟੇ ਰਹੋਗੇ ਫਿਰ ਹੁਣ ਖੇਤਾਂ ਦੇ ਵਿੱਚ ਜਿੰਨਾ ਤੱਕ ਕਿਸਾਨ ਅੰਦੋਲਨ ਚੱਲਦਾ, ਜਿੰਨਾ ਤੱਕ ਫਾਦਰ ਦਿੱਲੀ ਜਾਣਗੇ ਫਿਰ? ਹਾਂਜੀ, ਇੱਦਾਂ ਹੀ ਡਟੇ ਰਵਾਂਗੇ। ਮੈਂ ਵੀ ਇੱਕ ਹਿਸਾਬ ਦਾ ਅੰਦੋਲਨ ਵਿੱਚ ਹਿੱਸਾ ਲੈ ਰਹੀ ਹਾਂ, ਮੈਂ ਇੱਥੇ ਕਰ ਰਹੀ ਹਾਂ ਤਾਂ ਫਿਰ ਉਹ ਉੱਥੇ ਜਾ ਰਹੇ ਆ ਆਸਾਨੀ ਨਾਲ, ਨਹੀਂ ਤਾਂ ਉਹਨਾਂ ਨੂੰ ਪਿੱਛੇ ਦਾ ਵੀ ਦੇਖਣਾ ਪੈਂਦਾ ਆ। ਇਸ ਤਰ੍ਹਾਂ ਮੈਂ ਵੀ ਇੱਕਦਮ ਯੋਗਦਾਨ ਦੇ ਰਹੀ ਹਾਂ ਇੱਕ ਹਿਸਾਬ ਦਾ। ਹਾਂਜੀ, ਬਿਲਕੁਲ ਯੋਗਦਾਨ ਤੁਹਾਡਾ ਬਰਾਬਰ ਦਾ, ਕਿਉਂਕਿ ਪਿੱਛੇ ਵੀ ਮੋਰਚੇ ਜਿਹੜੇ ਸਾਂਭੇ ਹੋਏ ਨੇ, ਇਹ ਵੀ ਬਹੁਤ ਜ਼ਰੂਰੀ ਆ, ਫਸਲ ਬੀਜਣੀ ਬਹੁਤ ਜ਼ਰੂਰੀ ਆ। ਕੋਈ ਮੋਦੀ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦੇ ਹੋ? ਮੋਦੀ ਸਰਕਾਰ ਨੂੰ ਇਹੀ ਕਹਿਣਾ ਵੀ ਕਾਨੂੰਨ ਵਾਪਸ ਲੈ ਲਓ, ਕੋਈ ਫਾਇਦਾ ਨਹੀਂ ਦਾੜੇ ਰਹਿਣ ਦਾ, ਕਿਉਂਕਿ ਜੱਟ ਵੀ ਅੜੇ ਹੀ ਆ ਫਿਰ। ਹਾਂਜੀ। ਇੱਥੇ ਜਦੋਂ ਲਾਗੇ ਧਰਨੇ ਲੱਗਦੇ ਉਦੋਂ ਜੀ ਕਰਦਾ ਫਿਰ ਜਾਣ ਨੂੰ ਧਰਨਿਆਂ 'ਚ? ਹਾਂਜੀ, ਕਰਦਾ ਜੀ, ਜਾਣ ਨੂੰ ਵੀ, ਉੱਥੇ ਜਾਈਏ ਤਾਂ ਉੱਥੇ ਜਾ ਕੇ ਕੁਛ ਕਹੀਏ, ਪਰ ਗਈ ਨਹੀਂ ਮੈਂ ਹਾਲੇ ਤੱਕ, ਦੇਖਾਂਗੇ ਗਾਂ ਜੇ ਮੌਕਾ ਮਿਲਿਆ ਤਾਂ। ਹਾਂਜੀ। ਬਹੁਤ ਬਹੁਤ ਧੰਨਵਾਦ ਮਨਪ੍ਰੀਤ, ਗੱਲਬਾਤ ਕਰ ਲਈ। ਤੁਸੀਂ ਜਾ ਸਕਦੇ ਹੋ, ਤੁਹਾਨੂੰ ਡਿਸਟਰਬ ਕੀਤਾ, ਕੁਝ ਸਮਾਂ ਲਿਆ ਤੁਹਾਡਾ। ਸੋ ਇਹ ਇੱਕ ਬੱਚੀ ਆ, 17 ਸਾਲ ਦੀ ਉਮਰ ਹੈ, 12ਵੀਂ ਕਲਾਸ ਦੇ ਵਿੱਚ ਪੜ੍ਹਦੀ ਹੈ, ਪਰ ਹੌਸਲਾ ਤੇ ਜਨੂਨ ਜਿਹੜਾ ਉਹ ਤੁਸੀਂ ਖੁਦ ਹੀ ਦੇਖ ਲਿਆ ਕਿਸ ਤਰੀਕੇ ਦੇ ਨਾਲ ਬੱਚੀ ਦੇ ਵਿੱਚ ਹੌਸਲਾ ਤੇ ਜਨੂਨ ਹੈ। ਫਾਦਰ ਇਹਨਾਂ ਦੇ ਦਿੱਲੀ ਧਰਨੇ ਦੇ ਵਿੱਚ ਚਲੇ ਜਾਂਦੇ ਨੇ ਤਾਂ ਪਿੱਛੋਂ ਬੇਟੀ ਸਾਰਾ ਕੰਮ ਸੰਭਾਲਦੀ ਹੈ। ਅੱਜ ਵੀ ਖੇਤਾਂ ਦੇ ਵਿੱਚ ਕਣਕ ਦਾ ਛੱਟਾ ਦਿੱਤਾ ਗਿਆ, ਉਸ ਤੋਂ ਬਾਅਦ ਬੇਟੀ ਹੱਲਾਂ ਪਾ ਕੇ ਜਿਹੜੀ ਹੈ ਉਹ ਪੈਲੀ ਦੀ ਵਾਹੀ ਕਰ ਰਹੀ ਹੈ। ਅਤੇ ਇਹੀ ਕਹਿ ਰਹੇ ਨੇ ਬੱਚੇ, ਸਰਕਾਰਾਂ ਕਹਿੰਦੀਆਂ ਸੀ ਕਿ ਕਿਸਾਨਾਂ ਨੂੰ ਸਮਝ ਨਹੀਂ ਹੈਗੀ, ਪਰ ਇਹਨਾਂ ਦੇ ਛੋਟੇ ਛੋਟੇ ਜਿਹੜੇ ਬੱਚੇ ਨੇ ਉਹ ਵੀ ਸਮਝਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਨੁਕਸਾਨ ਹੋਵੇਗਾ, ਜਿਸ ਕਾਰਨ ਇਹਨਾਂ ਵੱਲੋਂ ਜਿਹੜੇ ਫਾਦਰ ਇਹਨਾਂ ਦੇ ਨੇ ਉਹ ਦਿੱਲੀ ਚਲੇ ਜਾਂਦੇ ਨੇ ਤਾਂ ਪਿੱਛੋਂ ਖੇਤਾਂ ਦੇ ਵਿੱਚ ਸਾਰਾ ਜਿਹੜਾ ਕੰਮ ਹੈ ਉਹ ਬੱਚੇ ਸੰਭਾਲ ਰਹੇ ਨੇ। ਇਹ ਇੱਕ ਸੰਘਰਸ਼ ਦੀ ਇਹ ਵੀ ਇੱਕ ਵੱਡੀ ਮਿਸਾਲ ਹੈ, ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਤਿਹਾਸ ਦੇ ਵਿੱਚ ਦਰਜ ਹੋਵੇਗੀ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਕਰਤਾਰਪੁਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।